अस्सलाम वालेकुम दोस्तों। अज किसानां दी अजनास दे बारे कोई गलबात। अजकल आलू सस्ते ने, मटर सस्ते ने, गोभी सब्जियां सस्तियां ने ते शहरां च बैठे हुए लोग इनदे ते काफ़ी खुश मुतमईन भी नज़र आते ने कि वेखो जी कितना सस्ता है, सारा कुछ मिल रहा है। और ये पिछे शायद कुछ हुकूमती लोगों की भी जरूर होंदी है कारस्तानी कि वो इनू ਇਹਦਾ ਕ੍ਰੈਡਿਟ ਲੈਣ ਦੀ ਸ਼ਹਿਰ ਦੇ ਲੋਕਾਂ 'ਚ ਕਮ ਅਜ਼ ਕਮ ਇਹਨੂੰ ਕ੍ਰੈਡਿਟ ਦੇ ਤੌਰ ਤੇ ਪੇਸ਼ ਕਰਨ ਕਿ ਭਈ ਦੇਖੋ ਮਰੀਮ ਨਵਾਜ਼ ਸਾਹਿਬਾ ਨੇ ਜਾਂ ਹਕੂਮਤ ਨੇ ਕਿੰਨਾ ਸਸਤਾ ਮਾਲ ਕਰ ਦਿੱਤਾ ਹੈ। ਮਗਰ ਕਿਆ ਕਿਸੇ ਸਨਅਤਕਾਰ ਦੀ ਚੀਜ਼ ਨੂੰ, ਕਿਸੇ ਮਲਟੀਨੈਸ਼ਨਲ ਕੰਪਨੀ ਦੀ ਚੀਜ਼ ਨੂੰ, ਬਿਜਲੀ ਗੈਸ ਪੈਟਰੋਲ ਨੂੰ ਆਮ ਇਨਸਾਨ ਦੇ ਇਸਤੇਮਾਲ ਵਾਲੀ ਉਹ ਚੀਜ਼ ਜਿਹੜੀ ਕਿਸਾਨ ਨਾ ਬਣਾਉਂਦਾ ਹੋਵੇ, ਕਿਆ ਉਹ ਵੀ ਸਸਤੀ ਹੋਈ ਹੈ? ਤੇ ਸਾਨੂੰ ਜਵਾਬ ਮਿਲਦਾ ਨਫੀ 'ਚ। ਦੋਸਤੋ ਗੱਲ ਇਹ ਗੌਰ ਕਰਨ ਵਾਲੀ ਹੈ ਕਿ ਇਹ ਜਿਹੜੀ ਸਸਤਾਈ ਹੈ, ਇਹ ਜਿਹੜੀ ਕਿਸਾਨਾਂ ਦੇ ਅਜਨਾਸ ਦਾ ਰੇਟ ਨਾ ਲਾਣਾ ਔਰ ਉਹਨਾਂ ਨੂੰ ਮਜਬੂਰ ਕਰਨਾ ਕਿ ਉਹ ਆਉਣੇ ਪਾਉਣੇ ਦਾਮੋਂ ਆਪਣੀਆਂ ਅਜਨਾਸ ਜਿਹੜੀ ਹੈ ਉਹ ਮੰਡੀ 'ਚ ਸੱਟ ਦੇਣ, ਉਹਨਾਂ ਦੇ ਅਖਰਾਜਾਤ ਵੀ ਪੂਰੇ ਨਾ ਹੋਣ। ਤੇ ਇਹ ਕੋਈ ਬੜਾ ਸਿੰਪਲ ਜਿਹਾ ਕੋਈ ਫਾਰਮੂਲਾ ਐਸਾ ਨਹੀਂ ਹੈਗਾ ਕਿ ਜੀ ਇਹ ਵਕਤੀ ਮੰਡੀ ਦੇ ਉਤਾਰ ਚੜਾਓ ਦੀ ਵਜ੍ਹਾ ਤੋਂ ਕੀਮਤਾਂ ਡਾਊਨ ਹੋਈਆਂ ਨੇ। ਕਿਸਾਨ ਵੀ ਬਸ ਇਹੀ ਸਮਝ ਰਿਹਾ ਹੈ ਕਿ ਬਈ ਫਸਲ ਸ਼ਾਇਦ ਜ਼ਿਆਦਾ ਹੋਈ ਹੈ ਤੇ ਕੀਮਤਾਂ ਸਾਡੀਆਂ ਪੂਰੀਆਂ ਨਹੀਂ ਦੇ ਰਹੀ ਹਕੂਮਤ, ਜਾਂ ਹਕੂਮਤ ਦੀ ਸਿਰਫ ਕਿਸਾਨ ਨੂੰ ਨਜ਼ਰਅੰਦਾਜ਼ ਕਰਨ ਦੀ ਪਾਲਿਸੀ ਹੈ ਤੇ ਜਿਹੜੀ ਬਦਲੀ ਜਾਣੀ ਚਾਹੀਦੀ। ਕਿਸਾਨ ਇਹ ਸਮਝਦਾ ਕਿ ਹਕੂਮਤ ਸਾਨੂੰ ਪੂਰਾ ਰੇਟ ਨਹੀਂ ਦੇ ਰਹੀ, ਮਗਰ ਕਿਸਾਨ ਇਹ ਨਹੀਂ ਸਮਝਦਾ ਕਿ ਇਹਦੇ ਪਿੱਛੇ ਕੋਈ ਬਾਕਾਇਦਾ ਸਾਜ਼ਿਸ਼ ਵੀ ਹੋ ਸਕਦੀ ਹੈ। ਮੈਂ ਸਮਝਦਾ ਵੀ ਇਹਦੇ ਹੁਕਮਰਾਨ ਤਬਕਾ ਸਾਡਾ ਇਸ ਵੱਡੇ ਲੈਵਲ ਤੇ ਕਿਸਾਨਾਂ ਦੇ ਘਰਾਂ 'ਚ ਗੁਰਬਤ ਭੇਜ ਰਿਹਾ ਹੈ, ਉਹਨਾਂ ਦੀ ਅਜਨਾਸ ਦਾ ਪੂਰਾ ਰੇਟ ਨਹੀਂ ਦੇ ਰਿਹਾ, ਇਸ ਕਾਰਨ ਕਿ ਉਹ ਆਪਣੀਆਂ ਜ਼ਮੀਨਾਂ ਨੂੰ ਆਉਣੇ ਪਾਉਣੇ ਦਾਮੋਂ ਵੇਚਣ ਤੇ ਮਜਬੂਰ ਹੋ ਜਾਣ। ਇੱਕ ਵੱਡੇ ਲੈਵਲ ਦਾ ਫਰਾਡ ਹੈ ਕਿਸਾਨਾਂ ਦੇ ਨਾਲ, ਜਿਹਦੇ ਵੱਲ ਨਾ ਕਿਸਾਨਾਂ ਦੀ ਤਵੱਜੋ ਹੈ ਤੇ ਸ਼ਹਿਰ ਦੇ ਲੋਕ ਵਿਚਾਰੇ ਤਾਂ ਉਹਨਾਂ ਨੂੰ ਸਸਤੀ ਸ਼ੈ ਮਿਲ ਰਹੀ ਹੈ ਤੇ ਉਹਦੇ ਤੇ ਖੁਸ਼ ਹੋ ਰਹੇ ਨੇ। ਸ਼ਹਿਰ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਨਾਇਨਸਾਫੀ ਤੇ ਗੌਰ ਕਰਨ, ਹੁਕਮਰਾਨਾਂ ਦੇ ਇਸ ਗਲਤ ਪਾਲਿਸੀ ਤੇ ਗੌਰ ਕਰਨ ਕਿ ਜੇ ਅੱਜ ਕਿਸਾਨ ਜਿਹੜਾ ਮੁਲਕੀ ਕਿਸਾਨ ਹੈ ਸਾਡੇ ਮੁਲਕ ਦਾ, ਜੋ ਇਹਨਾਂ ਵੱਡੇ ਲੋਕਾਂ ਨੂੰ, ਮਲਟੀਨੈਸ਼ਨਲਜ਼ ਨੂੰ, ਮੁਲਕੋਂ ਬਾਹਰ ਤੋਂ ਆਏ ਹੋਏ ਇਨਵੈਸਟਰਜ਼ ਨੂੰ, ਜਾਂ ਇੱਥੋਂ ਦੇ ਵੱਡੇ ਲੈਂਡਲਾਰਡਸ ਨੂੰ, ਜਾਂ ਫਾਰਮਿੰਗ ਕਰਨ ਵਾਲੇ ਸਰਮਾਇਆਦਾਰਾਨਾ ਬੁਨਿਆਦਾਂ ਤੇ ਫਾਰਮਿੰਗ ਕਰਨ ਵਾਲੇ ਲੋਕਾਂ ਨੂੰ ਅਗਰ ਉਹ ਜ਼ਮੀਨਾਂ ਵੇਚ ਦੇਗਾ ਤੇ ਫਿਰ ਉਸ ਤੋਂ ਬਾਅਦ ਜਿਹੜੀ ਇਜਨਾਸ ਇੱਥੇ ਇਸ ਮੁਲਕ ਦੇ ਅੰਦਰ ਜਿਹੜੀਆਂ ਜ਼ਰਈ ਇਜਨਾਸ ਹੋਇਆ ਕਰਨਗੀਆਂ, ਉਹਨਾਂ ਦਾ ਰੇਟ ਬਿਲਕੁਲ ਉਵੇਂ ਹੀ ਤੈਅ ਹੋਵੇਗਾ ਜਿਵੇਂ ਅੱਜ ਅਸੀਂ ਸਰਮਾਇਆਦਾਰਾਂ ਦੀ ਬਣੀ ਹੋਈ ਕਿਸੇ ਦੂਸਰੀ ਚੀਜ਼ ਨੂੰ ਵਸੂਲ ਖਰੀਦਣ ਜਾਂਦੇ ਹਾਂ, ਜਿਵੇਂ ਘਿਓ ਹੈ, ਜਿਵੇਂ ਡੀਜ਼ਲ ਪੈਟਰੋਲ ਨੇ, ਜਿਵੇਂ ਚੀਨੀ ਹੈ, ਤੁਸੀਂ ਚਾਹ ਪੱਤੀ ਹੈ, ਕਿਉਂਕਿ ਉਹ ਸਨਅਤਕਾਰਾਂ ਦੀ ਉਹ ਜੋ ਡੱਬੇ 'ਚ ਜੋ ਪੈਕ ਉਹਨਾਂ ਕਰਕੇ ਰੇਟ ਲਾ ਹੀ ਤਾਂ ਤੁਸੀਂ ਖਰੀਦਣ ਤੇ ਮਜਬੂਰ ਹੋ। ਉਹਨੂੰ ਤੁਸੀਂ ਨਹੀਂ ਕਹਿ ਸਕਦੇ ਕਿ ਅਸੀਂ ਇਹ ਵੀ ਆਲੂਆਂ ਵਾਂਗੂ 20 ਰੁਪਏ ਧੜੀ ਲੈਣਾ ਹੈ ਜਾਂ 20 ਰੁਪਏ ਕਿਲੋ ਲੈਣਾ ਹੈ ਜਾਂ 50 ਰੁਪਏ। ਮਟਰ ਵੇਖੋ ਤੁਸੀਂ, ਮਟਰ ਗੋਭੀ ਆਲੂ ਇਸ ਦਫਾ ਕਿਸਾਨ ਰੁਲ ਗਿਆ ਹੈ। 50 ਰੁਪਏ 40 ਰੁਪਏ ਸ਼ਹਿਰ ਦੇ ਅੰਦਰ ਆਮ ਪਰਚੂਨ 'ਚ ਮਟਰ ਵਿਕ ਰਿਹਾ ਹੈ। ਤੇ ਉਹ ਮਟਰ ਦੀ ਪਹਿਲੇ ਤਾਂ ਉਹਦੀ ਜ਼ਮੀਨ ਦੀ ਹਮਵਾਰ ਕਰਨ ਲਈ ਉਹਦੇ ਬੀਜ ਨੂੰ, ਖਾਦ ਨੂੰ, ਪਾਣੀ ਲਾਣਾ, ਡੀਜ਼ਲ ਮਹਿੰਗੇ ਦੇ ਉੱਤੇ, ਫਿਰ ਉਹਨੂੰ ਮੰਡੀ 'ਚ ਪਹੁੰਚਾਉਣਾ, ਉਹਦੇ ਤੜਵਾਈ ਵਾਸਤੇ ਉਹਨਾਂ ਨੂੰ ਪੈਸੇ ਦੇਣਾ, ਲੇਬਰ ਦੇਣਾ, ਇਹ ਸਾਰਾ ਕਰ ਕਰਾ ਕੇ ਤੇ ਜਦੋਂ 40 ਰੁਪਏ ਕਿਲੋ ਮਟਰ ਵਿਕਦਾ ਹੈ ਸ਼ਹਿਰ 'ਚ ਆ ਕੇ, ਤੇ ਕਿਸਾਨ ਆੜਤੀ ਕੋਲੋਂ ਉਧਾਰ ਚੁੱਕ ਕੇ ਜਾਂਦਾ ਹੈ। ਇੰਜੀ ਆਲੂ ਤੁਸੀਂ ਵੇਖਿਆ ਕਿਸਾਨਾਂ ਨੇ ਬਕਾਇਦਾ ਸਾੜੇ ਨੇ, ਗੰਨੇ ਦਾ ਕਿਸਾਨ ਨੂੰ ਕੁਝ ਨਹੀਂ ਮਿਲਿਆ। ਤੇ ਇਹ ਸਾਰਾ ਕੁਝ ਅੱਜ ਸਾਡਾ ਆਪਣਾ ਕਿਸਾਨ ਹੈ ਜਿਹਦੇ ਤੋਂ ਅਸੀਂ ਆਉਣੇ ਪਾਉਣੇ ਦਾਮੋਂ ਲੈ ਰਹੇ ਹਾਂ। ਤੇ ਇਹਦੇ ਪਿੱਛੇ ਬਿਲਕੁਲ ਉਹੀ ਮੈਂ ਦੁਬਾਰਾ ਇਹ ਗੱਲ ਕਹਿ ਰਿਹਾ ਕਿ ਮੈਨੂੰ ਤਾਂ ਲੱਗਦਾ ਕਿ ਬਕਾਇਦਾ ਸੋਚੀ ਸਮਝੀ ਸਕੀਮ ਹੈ, ਮਗਰ ਇੰਨੇ ਵੱਡੇ ਲੈਵਲ ਤੇ ਵੇ ਕਿ ਲੋਕਾਂ ਦੀ ਉਧਰ ਤਵੱਜੋ ਨਹੀਂ ਜਾਂਦੀ। ਲੋਕ ਸਮਝਦੇ ਨੇ ਵੀ ਨਹੀਂ ਇੰਜ ਸ਼ਾਇਦ ਪਤਾ ਨਹੀਂ, ਖਿਆਲ ਹੀ ਨਹੀਂ ਲੋਕ ਕਰਦੇ ਕਿ ਇੰਜ ਵੀ ਹੋ ਸਕਦਾ ਹੈ ਕਿ ਕਿਸਾਨਾਂ ਨੂੰ ਮੋਨੋਪਲੀ ਦੇ ਥਰੂ ਇੰਨਾ ਮਜਬੂਰ ਕਰ ਦੇਵੋ, ਮਹਿੰਗਾਈ ਦੇ ਥਰੂ ਇੰਨਾ ਮਜਬੂਰ ਕਰ ਦੇਵੋ ਕਿ ਉਹ ਆਪਣੀਆਂ ਜ਼ਮੀਨਾਂ ਨੂੰ ਸਸਤੇ ਤੋਂ ਸਸਤੇ ਰੇਟ ਤੇ ਵੇਚ ਕੇ ਤੇ ਆਪ ਉਹਦੇ ਤੋਂ ਫਾਰਗ ਹੁੰਦੇ ਜਾਣ। ਇਹਦਾ ਮਤਲਬ ਇਹ ਵੇ ਕਿ ਤੁਹਾਡੇ ਤੇ ਇਲਜ਼ਾਮ ਵੀ ਨਹੀਂ ਆਏਗਾ ਕਿ ਤੁਸੀਂ ਕਿਸਾਨਾਂ ਤੋਂ ਜ਼ਮੀਨ ਖੋਈ ਹੈ, ਤੇ ਕਿਸਾਨ ਜ਼ਮੀਨ ਵੀ ਵੇਚ ਦੇਗਾ। ਔਰ ਜਦੋਂ ਫਿਰ ਇਹ ਹੱਥੋਂ ਕਿਸਾਨ ਦੇ ਹੱਥੋਂ ਨਿਕਲ ਜਾਏਗੀ ਇਹ ਜ਼ਮੀਨ, ਫਿਰ ਇਹਦੇ ਉੱਤੇ ਜਿਹੜੀ ਅਜਨਾਸ ਪੈਦਾ ਹੋਣਗੀਆਂ ਉਹਦਾ ਰੇਟ ਤੁਸੀਂ ਵੇਖਿਆ ਜੋ ਕਸਤੂਰੀ ਦੇ ਭਾਅ ਵੇਚੀਆਂ ਜਾਣਗੀਆਂ। ਔਰ ਫਿਰ ਦੁਬਾਰਾ ਇਸ ਮੁਲਕ ਦੇ ਮਜ਼ਦੂਰਾਂ ਨੂੰ, ਸ਼ਹਿਰੀ ਆਵਾਮ ਨੂੰ ਔਰ ਕਿਸਾਨਾਂ ਨੂੰ, ਸਭ ਨੂੰ
ਇਸ ਤਰ੍ਹਾਂ ਲੁੱਟਿਆ ਜਾਏਗਾ ਕਿ ਇਹ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਅਜਨਾਸ ਹੈ, ਜ਼ਰੂਰੀ ਅਜਨਾਸ ਨੇ ਜਿਹੜੀਆਂ ਜ਼ਿੰਦਗੀ ਲਈ ਜ਼ਰੂਰੀਆਤ ਜ਼ਿੰਦਗੀ ਨੇ, ਖੁਰਾਕ ਕੇ ਉਹ ਇੰਨੀਆਂ ਮਹਿੰਗੀਆਂ ਇੱਥੇ ਮਿਲਣਗੀਆਂ ਕਿ ਆਮ ਬੰਦੇ ਦੀ ਖਰੀਦ ਤੋਂ ਦੀ ਜਿਹੜੀ ਉਹਦੀ ਪਹੁੰਚ ਹੈ, ਰਸਾਈ ਹੈ, ਉਹਦੇ ਤੋਂ ਦੂਰ ਹੋ ਜਾਣਗੀਆਂ। ਉਹਨਾਂ ਦਾ ਰੇਟ ਵੀ ਬਿਲਕੁਲ ਉਵੇਂ ਹੀ ਆਲਮੀ ਲੈਵਲ ਦਾ ਰੇਟ ਹੋਏਗਾ। ਜਿਵੇਂ ਅੱਜ ਸ਼ਹਿਰਾਂ ਦੇ ਅੰਦਰ ਭਾਵੇਂ ਜਿਹੜੀ ਹੈ ਜ਼ਮੀਨ ਜਿਹੜੀ ਹੈ ਘਰ ਬਣਾਉਣਾ ਜਿਹੜਾ ਹੈ ਉਹ ਯੂਰਪ ਅਮਰੀਕਾ ਵਰਗੇ ਮੁਲਕਾਂ ਦੇ ਬਰਾਬਰ ਜ਼ਮੀਨ ਜਿਹੜੀ ਹੈ ਸਾਡੇ ਵੱਡੇ ਸ਼ਹਿਰਾਂ 'ਚ ਤਕਰੀਬਨ ਉਹਦੇ ਤੇ ਉਹ ਲੱਭਦੀ ਹੈ ਪਈ ਇੱਕ ਆਮ ਕਿਸੇ ਬੰਦੇ ਨੂੰ। ਤੇ ਜਦੋਂ ਜ਼ਮੀਨ ਹਥਿਆ ਲਈ ਜਾਏਗੀ ਕਿਸਾਨਾਂ ਦੇ ਕੋਲੋਂ, ਮਨੋਪਲੀ ਹੋ ਜਾਏਗੀ ਉੱਤੇ ਚੰਦ ਹੱਥਾਂ ਦੀ ਦੌਲਤਮੰਦਾਂ ਦੀ, ਤੇ ਫਿਰ ਉਹ ਇਹੀ ਕਰਨਗੇ ਕਿ ਫਿਰ ਉਹ ਇਸ ਮੁਲਕ ਦੇ ਆਵਾਮ ਦਾ ਦੋਹਰਾ ਤੇਰਾ ਚੌਰਾ ਇਸਤੇਸਾਲ ਕਰਨਗੇ। ਜ਼ਰੂਰਤ ਇਸ ਗੱਲ ਦੀ ਹੈ ਕਿ ਆਵਾਮ ਉੱਠਣ, ਜਾਗਣ, ਮਜ਼ਦੂਰ ਵੀ ਜਾਗਣ, ਕਿਸਾਨ ਵੀ ਜਾਗਣ। ਆਪਣੇ ਇਤਿਹਾਦ ਦੀ ਬਰਕਤ ਦੇ ਨਾਲ ਹੁਕਮਰਾਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਡੀਜ਼ਲ ਪੈਟਰੋਲ ਸਸਤਾ ਦਿਓ। ਅਜੇ 1 ਤਾਰੀਖ ਨੂੰ 9 ਰੁਪਏ ਹੋਰ ਡੀਜ਼ਲ ਮਹਿੰਗਾ ਕਰ ਦਿੱਤਾ ਹੈ ਤੇ ਕਿਸਾਨਾਂ ਦੀ ਅਜਨਾਸ ਦਾ ਹਾਲ ਵੇਖ ਲਓ। ਡੀਜ਼ਲ, ਪੈਟਰੋਲ, ਗੈਸ, ਬਿਜਲੀ, ਟਰੈਕਟਰ ਔਰ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇ ਤਾਂ ਕਿ ਔਰ ਕਿਸਾਨਾਂ ਕੋਲੋਂ ਗੌਰਮੈਂਟ ਅਜਨਾਸ ਖਰੀਦ ਕੇ ਤੇ ਫਿਰ ਅੱਗੇ ਆਪਣੇ ਸ਼ਹਿਰੀਆਂ ਨੂੰ ਬੇਸ਼ੱਕ ਉਹ 10 ਰੁਪਏ ਕਿਲੋ ਦੇਵੋ, ਅਸੀਂ ਖੁਸ਼ ਹੋਵਾਂਗੇ। ਦੇਵੋ, ਆਪਣੇ ਪੱਲਿਓਂ ਦੇਵੋ ਨਾ, ਕਿਸਾਨ ਦੀ ਰੜੀ ਕੱਢ ਕੇ ਦੇ ਕੇ ਸਖੀ ਨਾ ਬਣੋ। ਬਹੁਤ ਸ਼ੁਕਰੀਆ। ਉਮੀਦ ਹੈ ਕਿ ਦੋਸਤ ਇਹਦੇ ਤੇ ਗੌਰ ਕਰਨਗੇ ਔਰ ਇਹਦੇ ਲਈ ਇੱਕ ਵੱਡੀ ਤਹਿਰੀਕ ਵੀ ਬਣਾਉਣ ਦੀ ਲੋੜ ਹੈ ਜਿਹੜੀ ਇਸ ਸਾਜ਼ਿਸ਼ ਨੂੰ ਸਮਝ ਕੇ ਮਿਹਨਤ ਕਸ਼ਾਂ ਨੂੰ ਮੁਨਜ਼ਮ ਕਰੇ ਔਰ ਇਹ ਚੰਦ ਸਰਮਾਇਆਦਾਰਾਂ ਦਾ ਜਿਹੜਾ ਇਹ ਟੋਲਾ ਹੈ ਇਹਦੇ ਖਿਲਾਫ ਇੱਕ ਮੁਤਹਿਦਾ ਔਰ ਮੁਨਜ਼ਮ ਜਦੋਜਹਿਦ ਸ਼ੁਰੂ ਕੀਤੀ ਜਾ ਸਕੇ ਤਾਂ ਕਿ ਕਿਸਾਨ ਵੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਣ ਔਰ ਮਜ਼ਦੂਰ ਵੀ ਸ਼ਹਿਰਾਂ ਦੇ ਔਰ ਸ਼ਹਿਰਾਂ ਦੇ ਆਮ ਆਵਾਮ ਵੀ ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਸਕਣ। ਬਹੁਤ ਸ਼ੁਕਰੀਆ ਦੋਸਤ।